ਅਮਾਵ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬੇਖ ਖਾਈ। ਮਾਇਆ ਮੋਹ ਭਰਮ ਭੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤੇ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰ ਰਾਮਦਾਸ ਰਾਖੋ ਸਰਨਾਈ। ਬੈਠਾ ਸੋਢੀ ਪਾਤਸ਼ਾਹ। ਰਾਮਦਾਸ ਸਤਿਗੁਰੂ ਕਹਾਵੈ। ਪੂਰਨ ਤਾਲ ਖਟਾਇਆ। ਅੰਮ੍ਰਿਤ ਸਰ ਵਿੱਚ ਜੋਤ ਜਗਾਵੈ। ਧੰਨ ਧੰਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ। ਆਪ ਸਿਰਜਨਹਾਰੈ ਧਾਰਿਆ। ਸਿਖੀ ਅਤੈ ਸੰਗਤੀ। ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾਹੋ ਅਤੁਲ ਤੂੰ। ਤੇਰਾ ਅੰਤ ਨਾ ਪਾਰਾ ਵਾਰਿਆ। ਪਤਿਤ ਪਾਵਨ ਕਿਰਪਾ ਨਿਧਾਨ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀਆਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਆਪ ਸੰਗਤ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ, ਆਰਤੀ ਆਰਤਾ ਦੀ ਗੁਰਬਾਣੀ, ਉਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਜੋ ਪਰਸੋਂ ਰੋਜ਼ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਪ੍ਰਕਾਸ਼ ਨੂੰ ਮੁੱਖ ਰੱਖਦਿਆਂ ਹੋਇਆਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਬੈਠ ਕੇ ਆਪ ਸੰਗਤ ਨੇ ਸਰਵਣ ਕੀਤੇ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਸਤ ਸੰਗਤ ਦਾ ਇਹ ਸਮਾਂ ਬਖਸ਼ਿਆ ਹੈ। ਸਾਰਿਆਂ ਤੋਂ ਪਹਿਲਾਂ ਮਹਾਰਾਜ ਦੇ ਦਰਬਾਰ ਦੇ ਵਿੱਚ ਬੈਠਦਿਆਂ ਹੋਇਆਂ ਫਤਿਹ ਦੀ ਸਾਂਝ ਕਰੀਏ, ਮਿਲ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਕਿ ਸਮਾਂ ਆਪਣੇ ਕੋਲ ਸੀਮਤ ਹੈ, ਕੇਵਲ 15 ਕੁ ਮਿੰਟ ਬਾਕੀ ਨੇ। ਇੰਨੇ ਸਮੇਂ ਦੇ ਵਿੱਚ ਹੀ ਜੋ ਮਹਾਰਾਜ ਸਾਹਿਬ ਦੀ ਆਪਾਂ ਨੂੰ ਜਸ ਬਖਸ਼ਿਸ਼ ਕਰ ਰਹੇ ਨੇ ਉਹ ਵਿਚਾਰ ਆਪਾਂ ਸਰਵਣ ਕਰਾਂਗੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਸੋਢੀ ਸੁਲਤਾਨ ਤਿੰਨਾਂ ਦਾ ਅੱਜ ਪ੍ਰਕਾਸ਼ ਦਿਹਾੜਾ, ਜਾਂ ਆਪਾਂ ਕਹਿ ਲਈਏ ਅੱਜ ਦੇ ਦਿਨ ਸੰਸਾਰ ਦੇ ਵਿੱਚ ਉਹਨਾਂ ਨੇ ਅਵਤਾਰ ਲਿਆ ਹੈ। ਇਤਿਹਾਸਕਾਰਾਂ ਦਾ ਵਿਚਾਰ ਇਹ ਹੈ ਕਿ 1591 ਬਿਕਰਮੀ ਸੰਮਤ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ। ਪਿਤਾ ਜੀ ਦਾ ਨਾਮ ਧੰਨ ਬਾਬਾ ਹਰਦਾਸ ਜੀ, ਜਿਨ੍ਹਾਂ ਦੇ ਗ੍ਰਹਿ ਨੂੰ ਆਪ ਜੀਆਂ ਨੇ ਭਾਗ ਲਾਏ, ਅਤੇ ਮਾਤਾ ਜੀ ਦਾ ਨਾਮ ਮਾਤਾ ਦਇਆ ਕੌਰ ਜੀ, ਜਿਨ੍ਹਾਂ ਦੀ ਕੁੱਖ ਨੂੰ ਆਪ ਜੀ ਨੇ ਭਾਗ ਲਾਇਆ।
ਪਿਤਾ ਹਰਦਾਸ ਜੀਆਂ ਦੇ ਘਰ ਮਾਤਾ ਦਇਆ ਕੌਰ ਜੀਆਂ ਦੀ ਕੁੱਖ ਤੋਂ ਅੱਜ ਦੇ ਦਿਨ ਅੰਮ੍ਰਿਤ ਵੇਲੇ ਚੂਨਾ ਮੰਡੀ ਲਾਹੌਰ ਮਹਾਰਾਜ ਸਾਹਿਬ ਜੀਆਂ ਨੇ ਇਸ ਸਥਾਨ ਤੇ ਆ ਕੇ ਅਵਤਾਰ ਧਾਰਿਆ ਹੈ। ਨਾਮ ਜਪਣ ਵਾਲੇ ਜਿਹੜੇ ਗੁਰਮੁਖ ਨੇ, ਨਾਮ ਰਸੀਏ ਨੇ, ਜਦੋਂ ਮਹਾਰਾਜ ਜੀਆਂ ਨੇ ਅਵਤਾਰ ਲਿਆ, ਕਹਿਣ ਲੱਗੇ ਜਿਹੜੇ ਸਾਧੂ ਸੰਤ ਰਾਵੀ ਦਰਿਆ ਦੇ ਵਿੱਚੋਂ ਲੋਟੇ ਜਲ ਦੇ ਭਰ ਕੇ ਜਲ ਛਕਣ ਵਾਸਤੇ ਲੈ ਕੇ ਆਏ, ਗੁਰੂ ਰਾਮਦਾਸ ਮਹਾਰਾਜ ਦੇ ਅਵਤਾਰ ਹੋਣ ਦੀ ਇੰਨੀ ਖੁਸ਼ੀ ਧਰਤੀ ਨੂੰ ਹੈ, ਇੰਨੀ ਖੁਸ਼ੀ ਦਰਿਆਵਾਂ ਨੂੰ ਹੈ ਕਿ ਮਹਾਰਾਜ ਦਾ ਅਵਤਾਰ ਲੈਂਦਿਆਂ ਜਿਨ੍ਹਾਂ ਸਾਧੂਆਂ ਨੇ ਲੋਟੇ ਪਾਣੀ ਦੇ ਭਰੇ, ਉਹ ਲੋਟੇ ਦੁੱਧ ਦੇ ਭਰ ਗਏ। ਜਿਹੜੇ ਦਰਿਆ ਪਾਣੀ ਦੇ ਚੱਲਦੇ ਪਏ, ਉਹ ਦਰਿਆ ਦੁੱਧ ਦੇ ਚੱਲਣ ਲੱਗ ਪਏ। ਐਸੀ ਆਪ ਜੀ ਦੀ ਵਡਿਆਈ ਹੈ, ਐਸੀ ਉਪਮਾ ਹੈ ਜੋ ਕਹੀ ਨਹੀਂ ਜਾ ਸਕਦੀ ਹੈ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਸੰਸਾਰ ਵਿੱਚ ਆਉਣ ਤੇ ਇੰਨਾ ਆਨੰਦ ਧਰਤੀ ਨੂੰ, ਜਾਂ ਕਹਿ ਲਈਏ ਕੁਦਰਤ ਨੂੰ, ਪ੍ਰਕਿਰਤੀ ਨੂੰ ਪ੍ਰਾਪਤ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਨੂੰ ਭਾਣਾ ਮੰਨਣ ਦੀ ਵੀ ਜਾਚ ਆਪਣੇ ਅਵਤਾਰ ਤੋਂ ਦੱਸੀ ਹੈ। ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ 1 ਸਾਲ ਦੀ ਉਮਰਾਂ ਦੇ ਸਨ ਜਦੋਂ ਆਪ ਜੀ ਦੇ ਮਾਤਾ ਜੀ ਸਰੀਰ ਕਰਕੇ ਸਦੇਵੀ ਵਿਛੋੜਾ ਦੇ ਗਏ। 1 ਸਾਲ ਦੀ ਉਮਰਾਂ ਵਿੱਚ ਮਾਤਾ ਜੀ ਪੂਰੇ ਹੋ ਗਏ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦੇ ਜਦੋਂ ਇਸ ਗੱਲ ਦੇ ਉੱਪਰ ਨਾਨਕਿਆਂ ਨੇ ਵਿਚਾਰ ਕੀਤੀ ਹੈ ਕਿ ਅਸੀਂ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਨੂੰ ਆਪਣੇ ਨਾਲ ਨਾਨਕੇ ਪਿੰਡ ਬਾਸਰ ਕੇ ਨਗਰ ਹੈ ਅੰਮ੍ਰਿਤਸਰ ਦੇ ਨੇੜੇ, ਜਿਹੜਾ ਨਗਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ, ਉਹੀ ਨਗਰ ਗੁਰੂ ਰਾਮਦਾਸ ਪਾਤਸ਼ਾਹ ਦੇ ਨਾਨਕਿਆਂ ਦਾ ਹੈ। ਨਾਨਕਿਆਂ ਨੇ ਆ ਕੇ ਆਖਿਆ ਬਾਬਾ ਹਰਦਾਸ ਜੀਆਂ ਨੂੰ ਕਿ ਇਹਨਾਂ ਦੀ ਮਾਤਾ ਪੂਰੀ ਹੋ ਗਏ ਨੇ, ਇਹਨਾਂ ਨੂੰ ਅਸੀਂ ਆਪਣੇ ਨਾਲ ਨਾਨਕੇ ਨਗਰ ਲੈ ਚੱਲਦੇ ਹਾਂ। ਉਸ ਵੇਲੇ ਬਾਬਾ ਹਰਦਾਸ ਜੀ ਕਹਿਣ ਲੱਗੇ ਵੀ ਨਹੀਂ, ਮਾਂ ਦਾ ਵਿਛੋੜਾ ਤੇ ਪਹਿਲਾਂ ਹੀ ਇਹਨਾਂ ਨੂੰ ਪੈ ਚੁੱਕਿਆ ਹੈ, ਪਰ ਬਾਪ ਦਾ ਵਿਛੋੜਾ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਨੂੰ ਪਵੇ, ਇਹ ਆਪਣੇ ਪਿਤਾ ਤੋਂ ਦੂਰ ਹੋ ਜਾਣ, ਅਸੀਂ ਇਹਨਾਂ ਨੂੰ ਪਾਲਾਂਗੇ। ਭਾਈ ਹਰਦਾਸ ਜੀ, ਬਾਬਾ ਹਰਦਾਸ ਜੀ ਮਹਾਰਾਜ ਦੇ ਪਿਤਾ, ਉਹਨਾਂ ਨੇ ਆਪ ਜੀ ਨੂੰ ਪਾਲਿਆ। ਅਜੇ ਆਪ ਜੀਆਂ ਦੀ ਉਮਰ 7 ਸਾਲ ਦੀ ਹੋਈ ਹੈ। ਗ੍ਰੰਥਕਾਰਾਂ ਨੇ ਲਿਖਿਆ ਹੈ ਕਿ 7 ਸਾਲ ਦੀ ਉਮਰ ਦੇ ਵਿੱਚ ਆਪ ਜੀਆਂ ਦੇ ਪਿਤਾ ਜੀ ਵੀ ਪੂਰੇ ਹੋ ਗਏ, ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਕਿ 7 ਸਾਲ ਦੀ ਉਮਰਾਂ ਤੱਕ ਪਹੁੰਚਦਿਆਂ ਮਾਤਾ ਜੀ ਅਤੇ ਪਿਤਾ ਜੀ ਦੋਨੇ ਹੀ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ। ਉਸ ਵੇਲੇ ਨਾਨਕਿਆਂ ਨੇ ਵੇਖਿਆ ਵੀ ਹੁਣ ਇਹਨਾਂ ਦੀ ਇੱਥੇ ਪਰਵਰਿਸ਼ ਕਰਨ ਵਾਲਾ ਕੋਈ ਨਹੀਂ ਹੈ। ਮਾਤਾ ਜੀ ਜੋ ਨਾਨੀ ਮਾਂ ਸਨ, ਉਹ ਆਪ ਜੀਆਂ ਨੂੰ ਆਪਣੇ ਨਗਰ ਜਿਹੜਾ ਕਿ ਬਾਸਰ ਕੇ ਹੈ ਉੱਥੇ ਲੈ ਗਏ। ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਲਾਹੌਰ ਤੋਂ ਚੱਲਣ ਲੱਗੇ, ਆਪਣੇ ਘਰ ਨੂੰ ਦਰਵਾਜ਼ਾ ਲਾ ਕੇ, 7 ਸਾਲ ਦੀ ਉਮਰ ਹੈ। ਗੁਰਮੁਖੋ ਸਾਰੀ ਰਿਸ਼ਤੇਦਾਰੀ ਇੱਥੇ ਹੈ, ਭੈਣਾਂ ਭਰਾ ਰਿਸ਼ਤੇਦਾਰੀ ਵਿੱਚੋਂ ਚਾਚੇ ਤਾਇਆਂ ਦੇ ਲੜਕੇ ਔਰ ਚਾਚੇ ਤਾਏ ਵੀ ਇੱਥੇ ਰਹਿੰਦੇ, ਗਾ ਉਹਨਾਂ ਦੀਆਂ ਬਹੂ ਬੇਟੀਆਂ ਵੀ ਰਹਿੰਦੀਆਂ। ਪਰ ਜਿਸ ਵੇਲੇ ਆਪ ਘਰ ਨੂੰ ਦਰਵਾਜ਼ਾ ਲਾ ਕੇ ਤੁਰਨ ਲੱਗੇ, ਕਿਸੇ ਨਹੀਂ ਆਖਿਆ ਵੀ ਸਾਡੇ ਕੋਲ ਰਹਿਣ ਦਿਓ, ਅਸੀਂ ਪਾਲ ਲਵਾਂਗੇ, ਅਸੀਂ ਇਹਨਾਂ ਨੂੰ ਜਵਾਨ ਕਰ ਲਵਾਂਗੇ, ਅਸੀਂ ਇਹਨਾਂ ਦੀ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਕਰਾਂਗੇ। ਕਿਸੇ ਨੇ ਨਹੀਂ ਇਹ ਗੱਲ ਕਹੀ ਹੈ ਵੀ ਅਸੀਂ ਇਹ ਸੇਵਾ ਕਰਾਂਗੇ। ਜਿਸ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦੀ 7 ਸਾਲ ਦੀ ਉਮਰਾਂ ਦੇ ਵਿੱਚ ਘਰ ਨੂੰ ਦਰਵਾਜ਼ਾ ਲਾ ਕੇ ਤੁਰੇ, ਅੱਜ ਉਸੇ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੇ ਚਾਰੇ ਦਰਵਾਜ਼ੇ ਸੰਗਤ ਵਾਸਤੇ ਖੁੱਲੇ ਹੋਏ। ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਅੱਜ ਸੰਗਤਾਂ ਜਾਂਦੀਆਂ ਨੇ, ਤੇ ਸੰਗਤਾਂ ਜਾ ਕੇ ਜਿੱਥੇ ਦਰਸ਼ਨ ਕਰਦੀਆਂ, ਪ੍ਰਸ਼ਾਦਾ ਪਾਣੀ ਰਹਿਣ ਬਸੇਰਾ ਮਿਲਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਯਤੀਮਾਂ ਨੂੰ, ਅਨਾਥਾਂ ਨੂੰ ਅੱਜ ਮਹਾਰਾਜ ਦਾ ਘਰ ਜਿਹੜਾ ਹੈ ਉਹ ਸਹਾਇਤਾ ਕਰਦਾ। ਐਸੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਬਚਨ ਆ ਗਿਆ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਜਿਸ ਅਕਾਲ ਪੁਰਖ ਨੇ ਦੁਨੀਆ ਬਣਾਈ ਹੈ,
ਉਸੇ ਅਕਾਲ ਪੁਰਖ ਦਾ ਹੀ ਰੂਪ ਨੇ ਆਪ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਸਾਹਿਬ ਜੀ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ। ਸਿਰਜਣਹਾਰ ਨੇ ਤੁਹਾਡਾ ਅਵਤਾਰ ਲਿਆ ਮਹਾਰਾਜ ਸਾਹਿਬ ਜੀ। ਉਸ ਵੇਲੇ ਪਰਿਵਾਰ ਨੇ ਆਖਿਆ ਪਰਿਵਾਰ ਦੇ ਗੁਜ਼ਾਰੇ ਵਾਸਤੇ ਕੋਈ ਨਾ ਕੋਈ ਪ੍ਰਬੰਧ ਕਰਨਾ ਚਾਹੀਦਾ ਹੈ। ਆਪ ਜੀ ਨੂੰ ਘੁੰਗਣੀਆਂ ਉਬਾਲ ਕੇ ਦੇ ਦਿੱਤੀਆਂ ਨਾਨੀ ਮਾਂ ਨੇ, ਜਾਓ ਜਾ ਕੇ ਥੱਲੇ ਚੁਰਾਹੇ ਵਿੱਚ ਖੜ ਜਾਓ। ਜਿਹੜਾ ਕੋਈ ਰਾਹੀ ਪਾਂਧੀ ਜਾਂਦਾ ਹੈ ਘੁੰਗਣੀਆਂ ਵੇਚ ਕੇ ਜਿੰਨੇ ਕੁ ਪੈਸੇ ਬਣਦੇ ਨੇ ਪਰਿਵਾਰ ਦਾ ਗੁਜ਼ਾਰਾ ਚੱਲੇਗਾ। ਆਪ ਘੁੰਗਣੀਆਂ ਦੀ ਟੋਕਰੀ ਸਿਰ ਤੇ ਚੁੱਕ ਲੈਂਦੇ, ਚੁਰਾਹੇ ਵਿੱਚ ਆ ਕੇ ਖੜ ਜਾਂਦੇ। ਜਿਹੜਾ ਕੋਈ ਲੰਘਣ ਵਾਲਾ ਕਿਸੇ ਨੂੰ ਭੁੱਖ ਲੱਗਦੀ ਹੈ, ਕੋਈ 1 ਪੈਸਾ 2 ਪੈਸੇ ਦੇ ਕੇ ਘੁੰਗਣੀਆਂ ਲੈਂਦਾ ਤੇ ਛਕ ਲੈਂਦਾ ਹੈ। ਅੱਜ ਗੁਰੂ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਚੁਰਸਤੇ ਵਿੱਚ ਖਲੋਤੇ ਹੋਏ, ਇੰਨੇ ਚਿਰ ਨੂੰ ਇੱਕ ਮਹਾਤਮਾ ਫਕੀਰ ਰੱਬ ਦੀ ਬੰਦਗੀ ਵਾਲਾ ਕੋਈ ਪਿਆਰਾ ਆ ਗਿਆ। ਉਹਨੇ ਦੋਨੇ ਬੁੱਕ ਆਪਣੇ ਅੱਗੇ ਕਰਕੇ ਆਖਿਆ ਭੁੱਖ ਬਹੁਤ ਲੱਗੀ ਹੈ ਪਰ ਦੇਣ ਵਾਸਤੇ ਪੈਸਾ ਕੋਈ ਨਹੀਂ ਹੈ। ਇਹ ਬਾਲਕ ਮੇਰੀ ਭੁੱਖ ਮਿਟਣ ਵਾਸਤੇ ਮੈਨੂੰ ਭੋਜਨ ਦੇ। ਤੇ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਛੋਟੇ ਛੋਟੇ ਹੱਥਾਂ ਦੇ ਨਾਲ ਟੋਕਰੀ ਦੇ ਵਿੱਚੋਂ ਬੁੱਕ ਭਰ ਕੇ ਜਦੋਂ ਉਸ ਨੂੰ ਦਿੱਤਾ ਨਾ ਤੇ ਬੁੱਕ ਘੁੰਗਣੀਆਂ ਦਾ ਖਾ ਕੇ ਉਹਨੇ ਆਖਿਆ ਮੇਰਾ ਤੇ ਕੁਝ ਵੀ ਨਹੀਂ ਬਣਿਆ। ਬੱਚੇ ਦੇ ਹੱਥ ਵਿੱਚ ਕਿੰਨਾ ਕੁ ਭੋਜਨ ਆ ਸਕਦਾ ਹੈ ਤੇ ਉਹਦੇ ਨਾਲ ਕਿੰਨੀ ਕੁ ਭੁੱਖ ਦੂਰ ਹੋ ਸਕਦੀ ਹੈ। ਬੜੇ ਵਿਸ਼ਾਲ ਹਿਰਦੇ ਵਾਲੇ ਨੇ ਆਪ। ਦੂਜਾ ਬੁੱਕ ਫਿਰ ਭਰ ਕੇ ਦਿੱਤਾ, ਫਿਰ ਛਕਿਆ। ਤੀਜਾ ਬੁੱਕ ਭਰ ਕੇ ਫਿਰ ਦਿੱਤਾ ਤੇ ਉਹ ਸਾਧੂ ਨੇ ਫਿਰ ਫੱਕਾ ਮਾਰ ਕੇ ਆਖਿਆ ਭੁੱਖ ਦੂਰ ਨਹੀਂ ਹੋਈ ਹੈ। ਐਡੇ ਵੱਡੇ ਦਾਤੇ ਨੇ ਸਾਰੀ ਦੀ ਸਾਰੀ ਟੋਕਰੀ ਉਹਨੂੰ ਫੜਾ ਦਿੱਤੀ। ਕਹਿਣ ਲੱਗੇ ਲੈ ਜਿੰਨਾ ਮਰਜ਼ੀ ਛਕ, ਤੈਨੂੰ ਭੁੱਖਾ ਨਹੀਂ ਰਹਿਣ ਦਿੰਦੇ, ਤੇਰੀ ਭੁੱਖ ਦੂਰ ਕਰ ਦਿੰਦੇ ਆ। ਜਦੋਂ ਆਪ ਇਸ ਤਰ੍ਹਾਂ ਦਾ ਕੌਤਕ ਵਰਤਾ ਕੇ ਘਰ ਵਿੱਚ ਆਏ, ਨਾਨੀ ਮਾਤਾ ਨੇ ਉਸ ਵੇਲੇ ਪੁੱਛਿਆ ਅੱਜ ਦੀ ਕਮਾਈ ਤੇ ਸਾਰਾ ਸੱਚ ਦੱਸਿਆ। ਕਹਿਣ ਲੱਗੇ ਮਾਂ ਕੋਈ ਭੁੱਖਾ ਸਾਧੂ ਆਇਆ ਹੈ, ਭੁੱਖ ਲੱਗੀ ਹੋਣ ਕਰਕੇ ਉਹਦੇ ਕੋਲ ਪੈਸੇ ਨਹੀਂ ਹੈ, ਮੇਰੇ ਕੋਲ ਉਹਦੀ ਭੁੱਖ ਵੇਖੀ ਨਹੀਂ ਗਈ, ਮੈਂ ਸਾਰੀਆਂ ਘੁੰਗਣੀਆਂ ਉਹਨੂੰ ਛਕਾ ਕੇ ਆ ਗਿਆ। ਨਾਨੀ ਮਾਂ ਨੇ ਝਿੜਕਿਆ, ਕਹਿਣ ਲੱਗੀ ਪੁੱਤਰਾ ਜੇ ਇਸ ਤਰ੍ਹਾਂ ਹੀ ਤੂੰ ਸਾਰਾ ਕੁਝ ਫ੍ਰੀ ਦੇ ਕੇ ਆਵੇਂਗਾ ਤੇ ਫਿਰ ਆਪਣਾ ਗੁਜ਼ਾਰਾ ਕਿਵੇਂ ਚੱਲੇਗਾ। ਝਿੜਕਣ ਕਰਕੇ ਨੇਤਰਾਂ ਵਿੱਚ ਜਲ ਆਇਆ। ਆਪ ਘਰ ਤੋਂ ਬਾਹਰ ਨਿਕਲ ਆਏ, ਮਨ ਭਰ ਗਿਆ। ਇਧਰੋਂ ਨਾਨੀ ਮਾਤਾ ਨੇ ਅਰਦਾਸ ਕੀਤੀ ਅਕਾਲ ਪੁਰਖ ਦੇ ਅੱਗੇ, ਕਹਿਣ ਲੱਗੀ ਐ ਪਰਮਾਤਮਾ ਮੇਰੇ ਦੋਤਰੇ ਨੂੰ ਦਾਤਾ ਤੇ ਬੜਾ ਵੱਡਾ ਬਣਾਇਆ, ਜੋ ਕੁਝ ਆਉਂਦਾ ਸਭ ਕੁਝ ਹੀ ਦਾਨ ਕਰ ਦਿੰਦੇ। ਦਾਤਾ ਤੇ ਵੱਡਾ ਬਣਾ ਦਿੱਤਾ, ਸਭ ਕੁਝ ਦੇਣ ਦੀ ਸਮਰੱਥਾ ਹੈ। ਇਹਨਾਂ ਨੂੰ ਰਿਜ਼ਕ ਵੀ ਇੰਨਾ ਦੇ ਕਿ ਇਹ ਭਾਵੇਂ ਦਿਨੇ ਰਾਤ ਵੰਡੀ ਜਾਣ, ਰਿਜ਼ਕ ਦੀ ਕਦੇ ਕਮੀ ਨਾ ਆਵੇ। ਅਕਾਲ ਪੁਰਖ ਦੇ ਦਰ ਤੇ ਐਸੀ ਅਰਦਾਸ ਪ੍ਰਵਾਨ ਹੋਈ ਹੈ। ਅੱਜ ਉਸ ਦਾਤੇ ਦੇ ਦਰ ਤੋਂ ਪਤਾ ਨਹੀਂ ਕਿੰਨੀਆਂ ਕੁ ਸੰਗਤਾਂ ਕਿਹੜੀ ਕਿਹੜੀ ਵਸਤੂ ਮੰਗ ਕੇ ਲੈ ਜਾਂਦੀਆਂ। ਮਹਾਰਾਜ ਕਹਿਣ ਲੱਗੇ ਦਿੰਦਾ ਦੇ, ਲੈਂਦੇ ਥੱਕ ਪਾਏ। ਦੁਨੀਆ ਵਾਲੇ ਲੈ ਲੈ ਕੇ ਰੱਜ ਜਾਂਦੇ, ਪਰ ਅੱਜ ਗੁਰੂ ਰਾਮਦਾਸ ਮਹਾਰਾਜ ਦੇ ਘਰ ਵਿੱਚ ਕਿਸੇ ਵੀ ਗੱਲ ਦਾ ਘਾਟਾ ਹੀ ਨਹੀਂ ਹੈ। ਜੋ ਕੋਈ ਮੰਗਦਾ ਹੈ ਉਹਨੂੰ ਉਹ ਕੁਝ ਹੀ ਪ੍ਰਾਪਤ ਹੁੰਦਾ। ਨੇਤਰ ਭਰੇ ਘਰ ਦੀਆਂ ਪੌੜੀਆਂ ਥੱਲੇ ਉਤਰ ਆਏ। ਬਾਹਰ ਸੰਗਤਾਂ ਕੀਰਤਨ ਕਰਦੀਆਂ ਹੋਈਆਂ, ਜਿਵੇਂ ਪ੍ਰਭਾਤ ਫੇਰੀਆਂ ਗੁਰਮੁਖੋਂ ਚੱਲਦੀਆਂ ਨੇ, ਇਸ ਤਰ੍ਹਾਂ ਸੰਗਤ ਇਕੱਤਰਤ ਹੋ ਕੇ ਗੁਰੂ ਰਾਮਦਾਸ ਮਹਾਰਾਜ ਦੇ ਨਗਰ ਦੇ ਵਿੱਚੋਂ ਦੀ ਲੰਘਦਿਆਂ ਹੋਇਆਂ ਗੋਇੰਦਵਾਲ ਨੂੰ ਆ ਰਹੀ ਹੈ। ਸੰਗਤ ਨੂੰ ਪੁੱਛਿਆ ਵੀ ਇਹ ਕਿੱਧਰ ਜਾ ਰਿਹਾ। ਕਿਸੇ ਪ੍ਰੇਮੀ ਨੇ ਆਖਿਆ ਅਸੀਂ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ। ਆਪ ਸੰਗਤਾਂ ਦੇ ਨਾਲ ਹੀ ਚੱਲ ਪਏ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ, ਦਿਦਾਰਾ ਕੀਤਾ। ਗੁਰਮੁਖੋ ਦਿਦਾਰਾ ਕਰਦਿਆਂ ਐਸੇ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨਾਂ ਦੀ ਪਿਆਸ ਲੱਗੀ ਹੈ। ਇਤਿਹਾਸਕਾਰਾਂ ਨੇ ਲਿਖਿਆ ਕਿੰਨੇ ਕਿੰਨੇ ਘੰਟੇ ਮਹਾਰਾਜ ਦੇ ਸਾਹਮਣੇ ਖੜ ਕੇ ਤੇ ਗੁਰੂ ਅਮਰਦਾਸ ਪਾਤਸ਼ਾਹ ਦਾ ਚਿਹਰਾ ਤੱਕੀ ਜਾਣ, ਕਿਉਂਕਿ ਦਰਸ਼ਨਾਂ ਦੀ ਪਿਆਸ ਹੈ ਨਾ, ਤੜਫ ਹੈ, ਦਰਸ਼ਨ ਕਰਦੇ ਰਹਿਣਾ। ਤੇ ਪਾਤਸ਼ਾਹ ਨੇ ਐਸੀ ਭਾਵਨਾ ਵੇਖ ਕੇ ਗੁਰਮੁਖੋ ਬੌਲੀ ਸਾਹਿਬ ਦਾ ਟੱਕ ਲਾਇਆ। ਜਿਸ ਬੌਲੀ ਸਾਹਿਬ ਦੇ ਆਪ ਦਰਸ਼ਨ ਕਰਦੇ ਨੇ, ਇਸ਼ਨਾਨ ਕਰਦੇ ਆ ਜਾ ਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਸੇਵਾ ਸ਼ੁਰੂ ਕਰਾਈ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ 10 ਸਾਲ ਉਸ ਬੌਲੀ ਦੇ ਵਿੱਚੋਂ ਮਿੱਟੀ ਕੱਢੀ ਹੈ। 10 ਸਾਲ ਦਾ ਲੰਮਾ ਸਮਾਂ ਪਾਤਸ਼ਾਹ ਨੂੰ ਲੱਗਿਆ। ਆਪਣੇ ਸੀਸ ਦੇ ਉੱਪਰ ਮਹਾਰਾਜ ਟੋਕਰੇ ਭਰ ਭਰ ਕੇ ਮਿੱਟੀ ਦੇ ਚੋਕੇ ਲਿਆਉਂਦੇ। ਅੱਜ ਦੁਨੀਆ ਦੇ ਲੋਕ ਕਹਿ ਦਿੰਦੇ ਵੀ ਉੱਥੇ 84 ਪਾਠ ਕਰਕੇ ਤੇ ਇਸ਼ਨਾਨ ਕਰਕੇ ਕਿਹੜੀ 84 ਕੱਟੀ ਜਾਂਦੀ ਹੈ। ਇਹ ਮਨਮਤ ਹੈ, ਇਹ ਭਰਮ ਹੈ। ਨਾਤਿਆਂ ਡੱਡੂ ਮੁਕਤ ਨਹੀਂ ਹੁੰਦੇ ਤੇ ਸਿੱਖ ਕਿਵੇਂ ਮੁਕਤ ਹੋਵੇਗਾ। ਡੱਡੂ ਤੇ ਕੱਲਾ ਇਸ਼ਨਾਨ ਕਰਦਾ ਹੈ, ਗੁਰੂ ਕਾ ਸਿੱਖ ਤੇ ਨਾਲ ਜਪਜੀ ਸਾਹਿਬ ਦਾ ਪਾਠ ਕਰਦਾ ਹੈ।
ਗੁਰਬਾਣੀ ਦਾ ਬਚਨ ਇਹ ਹੈ, ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ। ਗੁਰਬਾਣੀ ਏਡੀ ਵੱਡੀ ਹੈ, ਜਿਹੜਾ ਕਿਨਕਾ ਮਾਤਰ ਵੀ ਜਪ ਲਵੇ ਭਲਾ ਤੇ ਉਹਦਾ ਹੋ ਜਾਂਦਾ ਹੈ। ਜਿਹੜਾ 84 ਪਾਠ ਜਪਜੀ ਸਾਹਿਬ ਦੇ ਕਰਦਾ ਹੈ, ਇਸ਼ਨਾਨ ਕਰਦਾ, ਉਹਦਾ ਭਲਾ ਕਿਵੇਂ ਨਾ ਹੋਵੇ। ਭਾਈ ਪਿਆਰਿਓ, ਜਿਸ ਬੌਲੀ ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਦੇ 10 ਸਾਲ ਚਰਨ ਪੈਂਦੇ ਰਹੇ, ਆ ਮਿੱਟੀ ਦੇ ਟੋਕਰੇ ਭਰ ਭਰ ਕੇ ਬਾਹਰ ਕੱਢਦੇ ਰਹੇ, ਉਸ ਧਰਤੀ ਦੇ ਉੱਪਰ ਜਿਹੜੇ ਵੀ ਸਿੱਖ ਦੇ ਕਦਮ ਪੈਣਗੇ ਨਾ, ਮਹਾਰਾਜ ਇੰਨੀ ਕਿਰਪਾ ਕਰ ਦੇਣਗੇ, ਉਹਨੂੰ ਜਨਮਾਂ ਵਿੱਚੋਂ ਤੇ ਪਾਤਸ਼ਾਹ ਮੁਕਤ ਕਰ ਹੀ ਦੇਣਗੇ। ਐਸੀ ਵੱਡੀ ਵਡਿਆਈ ਹੈ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੀ। ਕਹਿਣ ਲੱਗੇ ਟੋਕਰਾ ਚੁੱਕ ਕੇ ਮਹਾਰਾਜ ਤੁਰ ਪੈਂਦੇ ਮਿੱਟੀ ਲੈਣ ਵਾਸਤੇ। ਟੋਕਰਾ ਭਰ ਕੇ ਜਦੋਂ ਚੁੱਕਦੇ ਤੇ ਆਪਣੇ ਨੇਤਰਾਂ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਦੇ ਦਰਸ਼ਨ ਕਰਦੇ। ਟੋਕਰਾ ਸੁੱਟ ਕੇ ਜਦੋਂ ਵਾਪਸ ਮੁੜਦੇ, ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕਰਦੇ। ਐਸੀ ਭਾਵਨਾ ਆਪਨੇ ਰੱਖੀ ਹੈ, ਐਸੀ ਸੇਵਾ ਆਪ ਜੀ ਨੇ ਕਮਾਈ ਹੈ। ਪਾਤਸ਼ਾਹ ਮਹਾਰਾਜ ਸਾਹਿਬ ਜੀ ਐਸੀ ਸੇਵਾ ਕਰਦਿਆਂ ਆਪ ਨੇ ਗੁਰੂ ਪਾਤਸ਼ਾਹ ਦਾ ਬਚਨ ਵੀ ਮੰਨਿਆ। ਇਤਿਹਾਸਕਾਰਾਂ ਨੇ ਬੜੀਆਂ ਸਾਖੀਆਂ ਲਿਖੀਆਂ, ਗੁਰਮੁਖੋ ਸਮਾਂ ਨਹੀਂ ਹੈ। ਬਾਬਾ ਮੋਹਨ ਤੇ ਮੋਹਰੀ ਦੋਨੇ ਹੀ ਪੁੱਤਰ ਨੇ ਗੁਰੂ ਅਮਰਦਾਸ ਪਾਤਸ਼ਾਹ ਦੇ। ਬਾਬਾ ਮੋਹਨ ਜੀ ਮਸਤ ਸੁਭਾਅ ਵਿੱਚ ਰਹਿੰਦੇ, ਹਰ ਵੇਲੇ ਕਿਸੇ ਦੀ ਗੱਲ ਨਾ ਗੋਲਦੇ, ਆਪਣੇ ਵਿੱਚ ਹੀ ਮਸਤ ਰਹਿਣਾ। ਬਾਬਾ ਮੋਹਰੀ ਜੀ, ਇੱਕ ਵਾਰੀ ਉਹਨਾਂ ਦੇ ਮਨ ਵਿੱਚ ਫੁਰਨਾ ਆ ਗਿਆ ਬਾਬਾ ਮੋਹਰੀ ਜੀ ਦੇ ਕਿ 1.25 ਲੱਖ ਰੁਪਈਆ ਕਦੇ ਇਕੱਠਾ ਨਹੀਂ ਵੇਖਿਆ, ਇੰਨੀ ਰਕਮ ਨਹੀਂ ਕਦੇ ਵੇਖੀ, ਸੰਗਤ ਤੇ ਬੜੀ ਆਉਂਦੀ ਹੈ। ਪਾਤਸ਼ਾਹ ਫੁਰਨਾ ਜਾਣ ਗਿਆ, ਸਾਰੀ ਸੰਗਤ ਨੂੰ ਆਖਿਆ, ਕਹਿਣ ਲੱਗੇ ਸੰਗਤ ਜੀ, ਜਿੰਨਾ ਵੀ ਕੋਈ ਸੰਗਤ 5 ਪੈਸੇ 10 ਪੈਸੇ 20 ਪੈਸੇ ਨਮਸਕਾਰ ਕਰ ਸਕਦਾ, ਸਾਰੀਆਂ ਸੰਗਤਾਂ ਮੱਥਾ ਟੇਕੋ। ਜਦੋਂ ਮੱਥਾ ਟੇਕਿਆ, ਮਾਇਆ ਦਾ ਢੇਰ ਲੱਗ ਗਿਆ। ਪਾਤਸ਼ਾਹ ਨੇ ਬਾਬਾ ਮੋਹਰੀ ਜੀਆਂ ਦਾ ਫੁਰਨਾ ਜਾਣ ਕੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਮੋਹਰੀ ਜੀ ਮਾਇਆ ਗਿਣੋ। ਭਾਦਰੋਂ ਦਾ ਮਹੀਨਾ ਹੋਣ ਕਰਕੇ ਪਸੀਨਾ ਵੀ ਆਉਂਦਾ ਹੈ, ਗਰਮੀ ਵੀ ਹੈ, ਸਿੱਕੇ ਗਿਣਦੇ ਪਏ। ਸਿੱਕਿਆਂ ਦੀ ਮੈਲ ਜਦੋਂ ਹੱਥਾਂ ਨੂੰ ਲੱਗਦੀ ਹੈ, ਮੂੰਹ ਤੇ ਖਾਰਸ਼ ਹੁੰਦੀ ਹੈ, ਤੇ ਉਹ ਹੱਥ ਮੂੰਹ ਨੂੰ ਲੱਗਿਆ, ਮੂੰਹ ਦੇ ਉੱਪਰ ਕਾਲਖ ਲੱਗ ਗਈ। ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਬਾਬਾ ਮੋਹਰੀ ਜੀ ਆ ਵੇਖੋ, ਇਹ ਮਾਇਆ ਲੋਕ ਤੇ ਪਰਲੋਕ ਦੇ ਵਿੱਚ ਮੂੰਹ ਕਾਲਾ ਕਰਵਾਉਂਦੀ ਹੈ। ਤੁਸੀਂ ਮੋਹ ਕੀਤਾ ਨਾ ਵੀ 1.25 ਲੱਖ ਨਹੀਂ ਵੇਖਿਆ, ਕਦੇ ਮੋਹ ਨਹੀਂ ਕਰਨਾ, ਇਹਦਾ ਤਿਆਗ ਕਰ ਦੇ। ਐਸਾ ਉਪਦੇਸ਼ ਪੁੱਤਰਾਂ ਨੂੰ ਬਖਸ਼ਿਆ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਭਤੀਜੇ, ਇਹ ਗੁਰਿਆਈ ਐਵੇਂ ਨਹੀਂ ਮਿਲੀ ਹੈ ਗੁਰੂ ਰਾਮਦਾਸ ਪਾਤਸ਼ਾਹ ਨੂੰ। ਭਤੀਜਿਆਂ ਨੇ ਵੀ ਫੁਰਨਾ ਕੀਤਾ ਵੀ ਸਾਨੂੰ ਨਹੀਂ ਮਹਾਰਾਜ ਕੁਝ ਵੀ ਦਿੰਦੇ, ਤੇ ਮਹਾਰਾਜ ਨੇ ਆਪਣੇ ਭਤੀਜੇ ਬਾਬਾ ਸਾਵਨ ਮੱਲ ਜੀਆਂ ਨੂੰ ਰੁਮਾਲ ਦੇ ਕੇ ਆਪਣੇ ਕੋਲ ਇੱਕ ਦਿਨ ਪ੍ਰਸ਼ਾਦਾ ਛਕਦੇ ਪਏ। ਕਹਿੰਦੇ ਕੋਈ ਸਾਡੇ ਪਰਿਵਾਰ ਵਿੱਚੋਂ ਕੋਈ ਪਿਆਰਾ, ਜਾਓ ਜਾ ਕੇ ਪਹਾੜਾਂ ਵਿੱਚੋਂ ਲੱਕੜਾਂ ਵੱਢ ਵੱਢ ਕੇ ਬਿਆਸ ਦਰਿਆ ਦੇ ਵਿੱਚ ਸੁੱਟੋ, ਅਸੀਂ ਨਗਰ ਵਸਾਉਂਦੇ ਪਏ ਆ। ਉਸ ਵੇਲੇ ਬਾਬਾ ਸਾਵਨ ਮੱਲ ਜੀ ਭਤੀਜੇ ਲੱਗਦੇ ਮਹਾਰਾਜ ਦੇ, ਕਹਿੰਦੇ ਅਸੀਂ ਜਾਂਦੇ ਆ। ਸਾਵਨ ਮੱਲ ਜੀ ਦੀ ਮਾਤਾ ਆ ਗਈ, ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ, ਮੈਂ ਸੁਣਿਆ ਪਹਾੜਾਂ ਵਿੱਚ ਤੇ ਭੂਤ ਪ੍ਰੇਤ ਰਹਿੰਦੇ, ਮੇਰਾ ਪੁੱਤਰ ਚੱਲਿਆ, ਕਿਤੇ ਕੋਈ ਭੂਤ ਹੀ ਨਾ ਇਹਨਾਂ ਨੂੰ ਦੁੱਖ ਦੇਵੇ। ਮਹਾਰਾਜ ਪ੍ਰਸ਼ਾਦਾ ਛਕ ਕੇ ਹਟੇ, ਆਪਣੇ ਹੱਥਾਂ ਨਾਲ ਰੁਮਾਲ ਪੂੰਝਿਆ ਤੇ ਰੁਮਾਲ ਹੀ ਝੋਲੀ ਪਾਇਆ। ਸਾਵਨ ਮੱਲ ਦੇ ਕਹਿਣ ਲੱਗੇ, ਲੈ ਬਰਕਤਾਂ ਦਿੱਤੀਆਂ, ਜੋ ਕਵੇਂਗਾ ਉਹ ਹੋ ਜਾਏ। ਸਾਵਨ ਮੱਲ ਜੀ ਚਲੇ ਗਏ, ਰਾਜੇ ਦੇ ਮਰੇ ਹੋਏ ਪੁੱਤਰ ਨੂੰ ਠੀਕ ਕੀਤਾ। ਬੜਾ ਲੋਕ ਮੱਥਾ ਟੇਕਦੇ, ਮਹਿਮਾ ਕਰਦੇ ਉਸ ਵੇਲੇ, ਤੇ ਸਤਿਗੁਰਾਂ ਨੇ ਸੁਨੇਹਾ ਭੇਜਿਆ, ਕਹਿੰਦੇ ਆ ਜਾਓ ਜੀ ਸਾਵਨ ਮੱਲ ਜੀ, ਵਾਪਸ ਆ ਜਾਓ। ਹੁਣ ਸਾਵਨ ਮੱਲ ਦੇ ਮਨ ਵਿੱਚ ਆ ਗਿਆ, ਜੇ ਵਾਪਸ ਚਲੇ ਗਏ ਤੇ ਮਹਾਰਾਜ ਕਿਤੇ ਰੁਮਾਲ ਹੀ ਨਾ ਵਾਪਸ ਲੈ ਲੈਣ, ਜਿਹੜੀਆਂ ਬਖਸ਼ਿਸ਼ਾਂ ਮਿਲੀਆਂ ਕਿਤੇ ਵਾਪਸ ਹੀ ਨਾ ਲੈ ਲੈਣ। ਹੁਣ ਵਾਪਸ ਆਉਣ ਨੂੰ ਜੀ ਨਹੀਂ ਕਰਦਾ। ਜਾਣੀ ਜਾਣ ਮਹਾਰਾਜ ਜਾਣ ਗਏ, ਆਪਣੀ ਸ਼ਕਤੀ ਦੇ ਨਾਲ ਹੀ ਰੁਮਾਲ ਖਿੱਚ ਲਿਆ। ਹੁਣ ਸਾਵਨ ਮੱਲ ਨੂੰ ਆਉਣਾ ਹੀ ਪਿਆ। ਮਹਾਰਾਜ ਕਹਿੰਦੇ, ਸਾਵਨ ਮੱਲ ਥੋੜੀ ਜੀ ਬਰਕਤ ਤੈਨੂੰ ਦਿੱਤੀ ਹੈ, ਤੂੰ ਤੇ ਇਹਦੇ ਉੱਪਰ ਹੀ ਬੇਈਮਾਨ ਹੋ ਗਿਆ, ਜੇ ਤੈਨੂੰ ਹੋਰ ਬਖਸ਼ਿਸ਼ਾਂ ਦੇਵਾਂਗੇ ਤੂੰ ਕੀ ਕਰੇਂਗਾ। ਇਹ ਬਚਨ ਸੁਣ ਕੇ ਥੋੜਾ ਲੱਜਾ ਦੇ ਸਹਿਤ ਹੋਇਆ। ਮਹਾਰਾਜ ਸਾਹਿਬ ਜੀਆਂ ਦੇ ਘਰ ਦਾ ਜਵਾਈ ਹੈ ਭਾਈ ਰਾਮਾ ਜੀ। ਪਾਤਸ਼ਾਹ ਕਹਿੰਦੇ, ਭਾਈ ਰਾਮਾ ਜੀ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੋਨੇ ਜਾਣੇ ਇੱਕ ਇੱਕ ਥੜਾ ਬਣਾਓ ਸਾਡੇ ਬੈਠਣ ਵਾਸਤੇ। ਗੁਰਮੁਖੋ ਥੜੇ ਰੋਜ਼ ਬਣਦੇ, ਰੋਜ਼ ਢਾਏ ਜਾਂਦੇ। ਸਾਖੀਆਂ ਆਪਣੇ ਸਰਵਣ ਕੀਤੀਆਂ ਤੇ ਥੜਾ ਬਣਾਉਂਦਿਆਂ ਢਾਉਂਦਿਆਂ ਕਿੰਨੇ ਦਿਨ ਲੰਘ ਗਏ। ਇੱਕ ਦਿਨ ਭਾਈ ਰਾਮਾ ਜੀ ਨੇ ਕਹਿ ਹੀ ਦਿੱਤਾ ਜਵਾਈ ਨੇ, ਮਹਾਰਾਜ ਆਪ ਬੁੱਢੇ ਹੋ ਗਏ ਹੋ, ਤੁਸੀਂ ਸਵੇਰੇ ਕੁਝ ਹੋਰ ਕਹਿੰਦੇ ਹੋ, ਸ਼ਾਮ ਨੂੰ ਕੁਝ ਹੋਰ ਕਹਿੰਦੇ ਹੋ, ਤੁਹਾਨੂੰ ਆਪਣੀ ਗੱਲ ਹੀ ਕਈ ਚੇਤੇ ਨਹੀਂ ਰਹਿੰਦੀ। ਥੜਾ ਮੈਂ ਸਹੀ ਬਣਾਉਂਦਾ ਪਰ ਆਪ ਨੂੰ ਹੀ ਚੇਤਾ ਭੁੱਲ ਜਾਂਦਾ। ਮਹਾਰਾਜ ਸੁਣ ਕੇ ਬਚਨ ਹੱਸ ਪਿਆ, ਕਹਿਣ ਲੱਗੇ, ਹਾਂ ਇਹ ਤੇ ਗੱਲ ਹੈ ਆ। ਆਪਣੇ ਜਵਾਈ ਨੂੰ ਕਹਿੰਦੇ, ਪੁੱਤਰ ਅਸੀਂ ਬੁੱਢੇ ਜੂ ਹੋ ਗਏ, ਸਾਨੂੰ ਯਾਦ ਭੁੱਲ ਜਾਂਦਾ।
ਹੁਣ ਛੋਟੇ ਜਵਾਈ ਦੇ ਵੱਲ ਗੁਰੂ ਰਾਮਦਾਸ ਪਾਤਸ਼ਾਹ ਦੇ ਵੱਲ ਆਏ, ਉਹਨਾਂ ਨੂੰ ਵੀ ਆ ਕੇ ਰੋਜ਼ ਹੀ ਆਖਦੇ ਥੋੜ੍ਹਾ ਗਲਤ ਬਣਿਆ, ਪਰ ਉਹਨਾਂ ਨੇ ਇੱਕ ਦਿਨ ਨਹੀਂ ਆਖਿਆ ਵੀ ਮੈਂ ਠੀਕ ਹਾਂ ਤੇ ਪਾਤਸ਼ਾਹ ਤੁਸੀਂ ਗਲਤ ਹੋ। ਚਰਨਾਂ ਤੇ ਢਹਿ ਕੇ ਆਖਿਆ, ਕਹਿਣ ਲੱਗੇ ਮਹਾਰਾਜ ਮੈਂ ਬੱਚਾ, ਮੈਂ ਅਣਜਾਣ ਹਾਂ, ਮੈਂ ਬੇਸਮਝਾਂ, ਮੈਂ ਭੁੱਲਣਹਾਰ ਹਾਂ, ਤੁਸੀਂ ਤੇ ਰੋਜ਼ ਸਮਝਾਉਂਦੇ ਹੋ ਪਰ ਪਾਤਸ਼ਾਹ ਮੈਂ ਹੀ ਭੁੱਲ ਜਾਂਦਾ, ਮੇਰੀ ਗੁਸਤਾਖੀ ਮਾਫ ਕਰੋ। ਮਤ ਸਮਤ ਤੇਰੇ ਵਸ ਸੁਆਮੀ, ਮਹਾਰਾਜ ਤੁਹਾਡੇ ਵਸ ਹੀ ਹੈ ਸ੍ਰੇਸ਼ਟ ਮਤ ਦੇਣੀ, ਮੇਰੇ ਸਿਰ ਤੇ ਮਿਹਰ ਦਾ ਹੱਥ ਰੱਖੋ ਤਾਂ ਕਿ ਮੈਂ ਤੁਹਾਡੀ ਸੇਵਾ ਵਿੱਚ ਪੂਰਾ ਉਤਰਾਂ। ਐਸੀਆਂ ਬੇਨਤੀਆਂ ਕੀਤੀਆਂ। ਗੁਰਮੁਖੋ ਗੁਰਿਆਈ ਐਵੇਂ ਨਹੀਂ ਮਿਲੀ ਗੁਰੂ ਰਾਮਦਾਸ ਪਾਤਸ਼ਾਹ ਨੂੰ, ਕਿਤੇ ਭਤੀਜਿਆਂ ਨੂੰ ਰੁਮਾਲ ਦੇ ਕੇ ਤੋਰਿਆ ਤੇ ਬੇਈਮਾਨ ਹੋ ਗਏ, ਕਿਤੇ ਪੁੱਤਰਾਂ ਨੇ ਫੁਰਨਾ ਕੀਤਾ, 1.25 ਲੱਖ ਨਹੀਂ ਕਦੇ ਵੇਖਿਆ, ਕਿਤੇ ਉਹ ਵੇਖ ਲਈਏ, ਮਾਇਆ ਦਾ ਲਾਲਚ ਹੈ। ਕਿਤੇ ਜਵਾਈ ਨੇ ਆਖਿਆ ਤੁਸੀਂ ਬੁੱਢੇ ਹੋ ਗਏ, ਤੁਹਾਨੂੰ ਯਾਦ ਨਹੀਂ ਰਹਿੰਦਾ, ਮੈਂ ਤੇ ਬੜਾ ਸਿਆਣਾ ਹਾਂ। ਇਹਨਾਂ ਸਾਰਿਆਂ ਦੀ ਪਰਖ ਕਰਨ ਤੋਂ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੂੰ ਆਪ ਨੇ ਗੁਰਿਆਈ ਤੇ ਬਿਠਾਇਆ। ਭਾਈ ਗੁਰਦਾਸ ਨੇ ਆਖਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ, ਸਤਿਗੁਰੂ ਕਹਾਵੈ ਪੂਰਨ ਤਾਲ ਖਟਾਇਆ, ਅੰਮ੍ਰਿਤਸਰ ਵਿੱਚ ਜੋਤ ਜਗਾਵੈ। ਅੰਮ੍ਰਿਤਸਰ ਦਾ ਟੱਕ ਲਾਉਣਾ, ਅੰਮ੍ਰਿਤਸਰ ਦੀ ਉਸ ਵੇਲੇ ਨਿਸ਼ਾਨਦੇਹੀ ਕਰਨੀ, ਸ੍ਰੀ ਹਰਿਮੰਦਰ ਸਾਹਿਬ ਦੀਆਂ ਸੇਵਾਵਾਂ ਨੂੰ ਸ਼ੁਰੂ ਕਰਾਉਣਾ, ਸਾਰਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਕਰ ਕਮਲਾਂ ਦੇ ਨਾਲ ਹੋਇਆ। ਆਪ ਪਾਤਸ਼ਾਹ ਜੀ 41 ਸਾਲ 40-41 ਸਾਲ ਦੀ ਉਮਰ ਦੇ ਵਿੱਚ ਮਹਾਰਾਜ ਸਾਹਿਬ ਜੀ ਗੁਰਿਆਈ ਗੱਦੀ ਦੇ ਉੱਪਰ ਬਿਰਾਜਮਾਨ ਹੋਏ। ਗੁਰਮੁਖੋ ਬੀਬੀ ਰਾਮੋ ਜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਜਿਹੜੇ ਮਹਿਲ ਸਨ, ਸਾਖੀ ਦੇ ਵਿੱਚ ਬਚਨ ਉਹਨਾਂ ਨੇ ਆਖਿਆ ਸੀ ਆਪਣੀ ਧੀ ਵਾਸਤੇ, ਬੀਬੀ ਭਾਨੀ ਵਾਸਤੇ ਵਰ ਲੱਭਣਾ ਚਾਹੀਦਾ ਹੈ। ਗ੍ਰੰਥਕਾਰ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਸਰੀਰ ਕਰਕੇ ਬੜੇ ਸੋਹਣੇ ਸਨ ਤੇ ਮਹਾਰਾਜ ਨੇ ਪੁੱਛਿਆ ਵੀ ਕਿਹੋ ਜਿਹਾ ਵਰ ਹੋਵੇ। ਇੰਨੇ ਚਿਰ ਨੂੰ ਆ ਮਿੱਟੀ ਦਾ ਟੋਕਰਾ ਚੁੱਕ ਕੇ ਲਈ ਆਉਂਦੇ ਬੌਲੀ ਦੇ ਅੰਦਰੋਂ, ਹੱਥ ਦਾ ਇਸ਼ਾਰਾ ਕਰਕੇ ਆਖਿਆ ਇਹੋ ਜਿਹਾ ਹੋਵੇ ਤੇ ਬੜੀ ਚੰਗੀ ਗੱਲ ਹੈ। ਤੇ ਗੁਰੂ ਅਮਰਦਾਸ ਮਹਾਰਾਜ ਦੇ ਮੁਖੋਂ ਬਚਨ ਹੋ ਗਿਆ, ਕਹਿਣ ਲੱਗੇ ਫਿਰ ਇਹੋ ਜਿਹਾ ਦੁਨੀਆ ਵਿੱਚ ਇਹੋ ਹੀ ਨੇ, ਇਹਨਾਂ ਵਰਗਾ ਦੁਨੀਆ ਵਿੱਚ ਹੈ ਹੀ ਕੋਈ ਨਹੀਂ। ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ। ਗੁਰੂ ਰਾਮਦਾਸ ਪਾਤਸ਼ਾਹ ਤੁਹਾਡੇ ਵਰਗਾ ਤੇ ਕੋਈ ਹੋ ਹੀ ਨਹੀਂ ਸਕਦਾ ਹੈ। ਆਪ ਨੇ ਲੜਕੀ ਦਾ ਨਾਤਾ ਕਰ ਦਿੱਤਾ। ਐਸੀਆਂ ਗੁਰਮੁਖੋ ਬੇਅੰਤ ਸਾਖੀਆਂ ਗੁਰੂ ਪਾਤਸ਼ਾਹ ਦੇ ਜੀਵਨ ਵਿੱਚ ਸੁਣਨ ਵਾਸਤੇ ਪੜ੍ਹਨ ਵਾਸਤੇ ਮਿਲਦੀਆਂ। ਐਸੀ ਆਪ ਜੀ ਨੇ ਘੱਲਣਾ ਘੱਲੀ ਹੈ। ਅੱਜ ਆਪਾਂ ਬੱਚੇ ਬੱਚੀਆਂ ਦਾ ਵਿਆਹ ਕਰਦੇ ਨੇ, ਲਾਵਾਂ ਦੀ ਬਾਣੀ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਸਾਡੇ ਤੇ ਤਰੁੱਠ ਕੇ ਬਖਸ਼ਿਸ਼ ਕੀਤੀ ਹੈ। ਨਾਲ ਹੀ ਵਰ ਦਿੱਤਾ ਜਿਹੜਾ ਇਸ ਬਾਣੀ ਨੂੰ ਪੜ੍ਹ ਕੇ ਪਰਿਕਰਮਾ ਕਰੇਗਾ, ਬੱਚਾ ਬੱਚੀ ਜਿਹੜਾ ਇਸ ਬਾਣੀ ਨੂੰ ਪੜ੍ਹ ਕੇ ਲਾਵਾਂ ਲਵੇਗਾ, ਪਾਤਸ਼ਾਹ ਕਹਿਣ ਲੱਗੇ ਉਹਨਾਂ ਨੂੰ ਅਸੀਂ ਭੂਤ ਪ੍ਰੇਤ ਦੀਆਂ ਜੂਨਾਂ ਵਿੱਚ ਨਹੀਂ ਪੈਣ ਦੇਵਾਂਗੇ। ਇੱਕ ਵਾਰੀ ਆਖੀਏ ਸਤਨਾਮ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਨਾ ਮਹਾਰਾਜ ਭੂਤ ਪ੍ਰੇਤ ਹੁੰਦੇ, ਤੇ ਗੁਰੂ ਪਾਤਸ਼ਾਹ ਕਹਿੰਦੇ ਬਾਣੀ ਝੂਠ ਥੋੜੀ ਬੋਲਦੀ ਹੈ। ਬਾਣੀ ਵਿੱਚ ਲਿਖਿਆ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਜੇ ਹੈ ਤੇ ਤਾਂ ਹੀ ਲਿਖਿਆ। ਤੇ ਪਾਤਸ਼ਾਹ ਨੇ ਫਿਰ ਵਿਖਾ ਦਿੱਤੇ, ਝੁੰਡਾਂ ਦੇ ਝੁੰਡੀ ਤੁਰੇ ਫਿਰਦੇ। ਮਹਾਰਾਜ ਇੰਨੇ ਜ਼ਿਆਦਾ ਨੇ। ਪਾਤਸ਼ਾਹ ਕਹਿੰਦੇ ਇਹ ਤੇ ਉਸ ਤੋਂ ਵੀ ਕਿਤੇ ਜ਼ਿਆਦਾ ਸੀ, ਹੁਣੇ ਘਟ ਗਏ। ਮਹਾਰਾਜ ਘਟ ਕਿਵੇਂ ਗਏ? ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਖਿਆ, ਕਹਿੰਦੇ ਜਦੋਂ ਦੀ ਬਾਣੀ ਉਚਾਰੀ ਨਾ ਗੁਰੂ ਰਾਮਦਾਸ ਪਾਤਸ਼ਾਹ ਨੇ ਲਾਵਾਂ ਦੀ, ਤੇ ਜਿਨ੍ਹਾਂ ਪਿਆਰਿਆਂ ਨੇ ਉਹ ਬਾਣੀ ਪੜ੍ਹ ਕੇ ਗੁਰੂ ਪਾਤਸ਼ਾਹ ਦੀਆਂ ਪਰਿਕਰਮਾ ਕਰਕੇ ਆਨੰਦ ਕਾਰਜ ਕਰਵਾਏ, ਉਹ ਬਾਣੀ ਨੇ ਇੰਨੀ ਬਖਸ਼ਿਸ਼ ਕਰ ਦਿੱਤੀ ਆਪਣੇ ਸਿੱਖ ਤੇ, ਉਹ ਮਰਨ ਤੋਂ ਬਾਅਦ ਵਿੱਚ ਵੀ ਐਸੀਆਂ ਟੇਢੀਆਂ ਜੂਨਾਂ ਵਿੱਚ ਨਹੀਂ ਪੈਂਦਾ। ਐਸੀ ਮਹਿਮਾ ਹੈ ਮਹਾਰਾਜ ਗੁਰੂ ਰਾਮਦਾਸ ਪਾਤਸ਼ਾਹ ਦੀ। ਇੱਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਨਾਈ। ਗੁਰੂ ਰਾਮਦਾਸ ਪਾਤਸ਼ਾਹ ਤੁਹਾਡੀ ਐਸੀ ਮਹਿਮਾ ਹੈ ਜੋ ਕਹੀ ਨਹੀਂ ਜਾ ਸਕਦੀ। ਕੁਝ ਲੋਕਾਂ ਦਾ ਵਿਚਾਰ ਹੈ ਆਪ ਜੀ ਦਾ ਨਾਮ ਪਹਿਲਾ ਭਾਈ ਜੀਠਾ ਹੈ ਤੇ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਨਾਮ ਆਇਆ, ਪਰ ਗੁਰਬਾਣੀ ਪੜ੍ਹਨ ਵਾਲੇ ਗੁਰਮੁਖਾਂ ਨੇ ਆਖਿਆ ਨਹੀਂ, ਆਪ ਦਾ ਪਹਿਲਾਂ ਤੋਂ ਹੀ ਨਾਮ ਗੁਰੂ ਰਾਮਦਾਸ ਪਾਤਸ਼ਾਹ ਹੈ। ਜਿਵੇਂ ਗੁਰੂ ਅੰਗਦ ਸਾਹਿਬ ਜੀ ਦਾ ਪਹਿਲਾ ਨਾਮ ਹੈ ਭਾਈ ਲਹਿਣਾ ਜੀ, ਬਾਅਦ ਵਿੱਚ ਬਣੇ ਗੁਰੂ ਅੰਗਦ ਦੇਵ ਜੀ। ਦੋਵੇਂ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਏ ਨੇ। ਭਾਈ ਲਹਿਣਾ ਵੀ ਆਇਆ, ਲਹਿਣੇ ਧਰਿਓਣ ਛੱਤ ਸਿਰ, ਲਹਿਣਾ ਨਾਮ ਵੀ ਆਇਆ ਗੁਰਬਾਣੀ ਵਿੱਚ, ਅੰਗਦ ਸਾਹਿਬ ਨਾਮ ਵੀ ਆਇਆ। ਗੁਰੂ ਰਾਮਦਾਸ ਪਾਤਸ਼ਾਹ ਦਾ ਭਾਈ ਜੇਠਾ ਨਾਮ ਗੁਰਬਾਣੀ ਵਿੱਚ ਨਹੀਂ ਆਇਆ।
ਜੇ ਨਾਮ ਆਇਆ ਹੈ ਤੇ ਗੁਰੂ ਰਾਮਦਾਸ ਪਾਤਸ਼ਾਹ ਕਰਕੇ ਹੀ ਆਇਆ ਹੈ। ਵਿਦਵਾਨਾਂ ਨੇ ਇਹਦੇ ਉੱਪਰ ਤਰਕ ਇਹ ਦਿੱਤਾ ਹੈ, ਆਪ ਘਰ ਦੇ ਵਿੱਚੋਂ ਵੱਡੇ ਸਨ, ਵੱਡਾ ਹੋਣ ਕਰਕੇ ਹੋ ਸਕਦਾ ਵੀ ਆਪ ਨੂੰ ਜੇਠਾ ਜੇਠਾ, ਵੱਡੇ ਬੱਚੇ ਨੂੰ ਜੇਠਾ ਕਹਿ ਹੀ ਦਿੰਦੇ, ਵੀ ਇਸ ਤਰ੍ਹਾਂ ਕਹਿ ਦਿੰਦੇ ਹੋਣਗੇ, ਪਰ ਨਾਮ ਤੇ ਆਪ ਦਾ ਗੁਰੂ ਰਾਮਦਾਸ ਪਾਤਸ਼ਾਹ ਹੀ ਹੈ। ਵਿਦਵਾਨਾਂ ਦੀਆਂ ਵੱਖਰੀਆਂ ਵੱਖਰੀਆਂ ਗੁਰਮੁਖੋ ਵਿਚਾਰਾਂ ਨੇ। ਮਹਾਰਾਜ ਸਾਹਿਬ ਜੀ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਵਰਨਨ ਨ ਸਕੋ, ਤੂੰ ਠਾਕੁਰ ਊਚ ਭਗਵਾਨਾ। ਐਸੇ ਸਤਿਗੁਰਾਂ ਦਾ ਅੱਜ ਅਵਤਾਰ ਹੋਇਆ ਚੂਨਾ ਮੰਡੀ ਲਾਹੌਰ ਦੇ ਅੰਦਰ। ਧੰਨ ਬਾਬਾ ਹਰਦਾਸ ਜੀ, ਧੰਨ ਮਾਤਾ ਦਇਆ ਕੌਰ ਜੀ ਦੀ ਕੁੱਖ ਨੂੰ ਆਪ ਨੇ ਭਾਗ ਲਾਇਆ। ਆਪ ਸੰਗਤਾਂ ਨੂੰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਗੁਰੂ ਕਿਰਪਾ ਕਰੇ, ਦਰੋਂ ਘਰੋਂ ਚੜ੍ਹਦੀਆਂ ਕਲਾ ਦੀਆਂ ਦਾਤਾਂ ਸੰਗਤਾਂ ਨੂੰ ਬਖਸ਼ ਕੇ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ, ਲੇਖੈ ਕਤਹਿ ਨ ਛੂਟੀਐ। ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। जुगो जुग अटल धन धन श्री गुरु ग्रंथ साहिब महाराज जी की पावन पवित्र हजूरी विखे सुशोभित साध संगत जी